हाँ जी, गेटवे टू इंग्लिश चैनल ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਜਮਾਤ ਦਾ ਜੋ ਸਿਲੇਬਸ ਹੈ ਇੰਗਲਿਸ਼ ਦਾ, ਉਸ ਦੇ ਵਿੱਚ ਲੈਸਨ 1 ਹੈ ਆਪਣੇ ਕੋਲ ਵੈਲਿਊ ਆਫ ਮਨੀ। ਠੀਕ ਹੈ ਜੀ, ਇਸ ਲੈਸਨ ਦੀ ਐਕਟੀਵਿਟੀ ਨੰਬਰ 1 to 6 ਆਪਾਂ ਪਹਿਲਾਂ ਕਰ ਚੁੱਕੇ ਹਾਂ। ਸੋ 6 ਤੋਂ ਬਾਅਦ ਐਕਟੀਵਿਟੀ ਨੰਬਰ 7 ਤੋਂ ਅੱਗੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਇੱਥੋਂ ਤੱਕ ਆਪਣਾ ਹੋ ਚੁੱਕਿਆ, ਆ ਸੀ ਤੁਹਾਡੀ ਐਕਟੀਵਿਟੀ ਨੰਬਰ 7। ठीक है, ये ਆਪਾਂ ਨੇ ਕਰਨੀ है। सो आओ शुरू करते हैं। फस्ट देखो हैगा एक्टिविटी नंबर 7 ਦੇ ਵਿੱਚ ਕੀ ਪੁੱਛਿਆ ਕੀ ਗਿਆ ਹੈ, ਚੇਂਜ ਦਾ ਫਲੋਇੰਗ ਅਫਰਮੇਟਿਵ ਔਰ ਡਿਕਲੇਰੇਟਿਵ ਸੈਂਟੈਂਸਿਸ ਇਨਟੂ ਇੰਟਰੋਗੇਟਿਵ ਸੈਂਟੈਂਸਿਸ। ਇਸ ਦੇ ਵਿੱਚ ਅਫਰਮੇਟਿਵ ਸੈਂਟੈਂਸਿਸ ਦਿੱਤੇ ਹੋਏ ਨੇ, ਜਾਂ ਅਫਰਮੇਟਿਵ ਵੀ ਕਹਿ ਸਕਦੇ ਨੇ ਆਪਾਂ, ਡਿਕਲੇਰੇਟਿਵ ਵੀ ਕਹਿ ਸਕਦੇ ਹਾਂ। ਠੀਕ ਹੈ, ਸੋ ਇਹ ਦੋ ਤਰ੍ਹਾਂ ਦੇ ਹੁੰਦੇ ਨੇ, ਨੈਗੇਟਿਵ ਅਤੇ ਪੋਜ਼ਿਟਿਵ। ਇਹ ਧਿਆਨ ਰੱਖਿਓ, ਅਫਰਮੇਟਿਵ ਐਂਡ ਡਿਕਲੇਰੇਟਿਵ। ਠੀਕ ਹੈ, ਨੈਗੇਟਿਵ ਅਤੇ ਪੋਜ਼ਿਟਿਵ ਹੋ ਸਕਦੇ ਨੇ ਇਹ। ਠੀਕ ਹੈ, ਜਿਵੇਂ ਹੀ ਇਜ਼ ਕਲੈਵਰ ਇਹ ਪੋਜ਼ਿਟਿਵ ਸੈਂਟੈਂਸ ਹੈ, ਜੇ ਆਪਾਂ ਕਹਿ ਦਈਏ ਹੀ ਇਜ਼ ਨੋਟ ਕਲੈਵਰ ਇਹ ਨੈਗੇਟਿਵ ਸੈਂਟੈਂਸ ਹੋ ਜਾਂਦਾ। ਠੀਕ ਹੈ, ਸੋ ਅਫਰਮੇਟਿਵ ਔਰ ਵੀ ਕੈਨ ਸੇ ਡਿਕਲੇਰੇਟਿਵ ਸੈਂਟੈਂਸਿਸ ਇਨਟੂ ਇੰਟਰੋਗੇਟਿਵ, ਪ੍ਰਸ਼ਨਵਾਚਕ ਵਾਕਾਂ ਦੇ ਵਿੱਚ ਇਹਨਾਂ ਨੂੰ ਤਬਦੀਲ ਕਰਨਾ ਆਪਾਂ ਨੇ। ਠੀਕ ਹੈ, ਸੋ ਪਹਿਲਾ ਸੈਂਟੈਂਸ ਹੈ ਹੀ ਇਜ਼ ਕਲੈਵਰ। ਜਦੋਂ ਇੰਟਰੋਗੇਟਿਵ ਸੈਂਟੈਂਸ ਬਣਾਉਣਾ ਹੈ, ਧਿਆਨ ਰੱਖਣਾ ਬੇਟਾ ਆਪਾਂ ਨੇ, ਜੋ ਇਜ਼ ਐਮ ਆਰ ਵੋਜ਼ ਵਰ ਹੈ ਉਸ ਨੂੰ ਤੁਸੀਂ ਨਾ ਪਹਿਲੇ ਨੰਬਰ 'ਤੇ ਲਿਖ ਦਿਓ ਚੱਕ ਕੇ। ਇਹਨੂੰ ਆਪਾਂ ਹੈਲਪਿੰਗ ਵਰਬ ਕਹਿੰਦੇ ਹਾਂ। ਠੀਕ ਹੈ, ਪਹਿਲੇ ਨੰਬਰ 'ਤੇ ਲਿਖੋਗੇ ਤੁਸੀਂ। ਠੀਕ ਹੈ, ਤਾਂ ਇਜ਼ ਨੂੰ ਪਹਿਲੇ ਨੰਬਰ 'ਤੇ ਲਿਖ ਦਿਓ, ਲਾਸਟ 'ਤੇ ਲਗਾ ਦਿਓ ਕੁਐਸਚਨ ਮਾਰਕ। ਇਹ ਇੰਟਰੋਗੇਟਿਵ ਸੈਂਟੈਂਸ ਬਣ ਗਿਆ। ਇਜ਼ ਹੀ ਕਲੈਵਰ, ਦੈਨ ਹੀ ਵਾਜ਼ ਸਿੰਪਲ। ਵੋਜ਼ ਨੂੰ ਤੁਸੀਂ ਪਹਿਲੇ ਨੰਬਰ 'ਤੇ ਲਿਖ ਦਿਓ, ਐਂਡ 'ਤੇ ਕੁਐਸਚਨ ਮਾਰਕ ਲਗਾ ਦਿਓ। ਸੈਂਟੈਂਸ ਬਣ ਗਿਆ ਵੋਜ਼ ਹੀ ਸਿੰਪਲ, ਇੰਟਰੋਗੇਟਿਵ ਬਣ ਗਿਆ, ਪ੍ਰਸ਼ਨਵਾਚਕ ਬਣ ਗਿਆ। ਇਸ ਦੇ ਵਿੱਚ ਵੋਜ਼ ਆਇਆ ਹੋਇਆ ਦੇਖੋ ਹੈਲਪਿੰਗ ਵਰਬ। ਠੀਕ ਹੈ, ਹਾਲਾਂਕਿ ਇਹਨਾਂ ਦੋ ਸੈਂਟੈਂਸਿਸ ਦੇ ਵਿੱਚ ਇਜ਼ ਅਤੇ ਵੋਜ਼ ਐਜ਼ ਮੇਨ ਵਰਬ ਆਏ ਹੋਏ ਨੇ। ਠੀਕ ਹੈ, ਪਰ ਫਿਰ ਵੀ ਇਹਨਾਂ ਨੂੰ ਆਪਾਂ ਪਹਿਲੇ ਨੰਬਰ 'ਤੇ ਹੀ ਲਿਖਾਂਗੇ, ਤਾਂ ਹੀ ਜੋ ਹੈ ਇੰਟਰੋਗੇਟਿਵ ਸੈਂਟੈਂਸ ਬਣੇਗਾ। ਠੀਕ ਹੈ, ਇੱਥੇ ਵੋਜ਼ ਆ ਗਿਆ, ਵੋਜ਼ ਨੂੰ ਪਹਿਲੇ ਨੰਬਰ 'ਤੇ ਲਿਖ ਦਿਓ, ਲਾਸਟ 'ਤੇ ਇੰਟਰੋਗੇਟਿਵ ਦਾ ਜੋ ਹੈ ਮਾਰਕ ਤੁਸੀਂ ਲਗਾ ਦਿਓ, ਮਾਰਕ ਆਫ ਇੰਟਰੋਗੇਸ਼ਨ। ਠੀਕ ਹੈ, ਇੰਟਰੋਗੇਟਿਵ ਸੈਂਟੈਂਸ ਬਣ ਗਿਆ। ਇਹਦੇ ਵਿੱਚ ਵੋਜ਼ ਹੈ, ਵੋਜ਼ ਨੂੰ ਪਹਿਲੇ ਨੰਬਰ 'ਤੇ ਲਿਖੋ, ਲਾਸਟ 'ਤੇ ਕੁਐਸਚਨ ਮਾਰਕ ਲਗਾਓ। ਠੀਕ ਹੈ, ਇਸ ਦੇ ਵਿੱਚ ਕੀ ਹੈ, ਵਰ ਹੈ, ਵਰ ਨੂੰ ਪਹਿਲੇ ਨੰਬਰ 'ਤੇ ਲਿਖੋ, ਐਂਡ 'ਤੇ ਕੁਐਸਚਨ ਮਾਰਕ ਲਗਾ ਦਿਓ। ਇਹ ਧਿਆਨ ਰੱਖਿਓ, ਇਹ ਫਸਟ ਲੈਟਰ ਕੈਪੀਟਲ ਰੱਖਣਾ ਹੈ, ਜਿਵੇਂ ਡਬਲਿਊ ਦਾ ਇਸ 'ਤੇ ਵੋਜ਼ ਦਾ ਦੇਖੋ, ਵਰ ਦਾ ਡਬਲਿਊ, ਵੋਜ਼ ਦਾ ਡਬਲਿਊ। ਠੀਕ ਹੈ, ਇਜ਼ ਦਾ ਆਈ ਕੈਪੀਟਲ ਕਰਨੇ ਆ ਇਹ। ਠੀਕ ਹੈ, ਅੱਗੇ ਦੇਖੋ ਹੀ ਪੇਂਟਿਡ ਦਾ ਡੋਰ ਬਲੂ। ਹੁਣ ਇੱਥੇ ਦੇਖੋ ਉੱਪਰ ਕੋਈ ਹੈਲਪਿੰਗ ਵਰਬ ਨਹੀਂ ਆਈ ਸੀ, ਪੋਜ਼ਿਟਿਵ ਸੈਂਟੈਂਸ ਹੈ ਇਹ, ਪਾਸਟ ਇੰਡੈਫੀਨਿਟ ਦਾ ਇਹ ਸੈਕਿੰਡ ਫੋਰਮ ਹੈ ਬੇਟਾ। ਇੱਥੇ ਜਦੋਂ ਇਸ ਤਰ੍ਹਾਂ ਸੈਕਿੰਡ ਫੋਰਮ ਆਈ ਹੋਵੇ ਅਤੇ ਇੰਟਰੋਗੇਟਿਵ ਸੈਂਟੈਂਸ ਬਣਾਉਣਾ ਹੋਵੇ, ਠੀਕ ਹੈ, ਤਾਂ ਫਿਰ ਆਪਾਂ ਇੱਥੇ ਨਾ ਡਿਡ ਹੈਲਪਿੰਗ ਵਰਬ ਲਿਖਾਂਗੇ ਪਹਿਲੇ ਨੰਬਰ 'ਤੇ, ਅਤੇ ਜੋ ਸੈਕਿੰਡ ਫੋਰਮ ਆਈ ਹੋਈ ਹੈ ਉਸ ਦੀ ਕਰ ਦਾਂਗੇ ਆਪਾਂ ਫਸਟ ਫੋਰਮ। ਠੀਕ ਹੈ, ਹੁਣ ਪੇਂਟਿਡ ਦਾ ਕੀ ਬਣ ਗਿਆ, ਡਿਡ ਪੇਂਟ ਬਣ ਗਿਆ, ਡਿਡ ਪੇਂਟ, ਸੈਕਿੰਡ ਫੋਰਮ ਪੇਂਟਿਡ ਹੈ। ਠੀਕ ਹੈ, ਇੰਟਰੋਗੇਟਿਵ ਜਾਂ ਨੈਗੇਟਿਵ ਜੇਕਰ ਬਣਾਉਣਾ ਹੈ ਤਾਂ ਆਪਾਂ ਨੇ ਡਿਡ ਦੇ ਨਾਲ ਫਸਟ ਫੋਰਮ ਯੂਜ਼ ਕਰਨੀ ਪਊਗੀ। ਠੀਕ ਹੈ, ਸੋ ਡਿਡ ਹੀ ਪੇਂਟ ਦਾ ਡੋਰ ਬਲੂ, ਅਤੇ ਲਾਸਟ 'ਤੇ ਲੱਗਿਆ ਕੁਐਸਚਨ ਮਾਰਕ। ਠੀਕ ਹੈ ਬੇਟਾ, ਅੱਗੇ ਦੇਖੋ ਇਸ ਦੇ ਵਿੱਚ ਹੈਜ਼ ਹੈ। ਠੀਕ ਹੈ, ਫਸਟ ਫੋਰਮ ਹੈ ਇਹ, ਹੀ ਹੈਜ਼ 3 ਪੈਨਸਿਲਸ। ਸੋ ਇਸ ਦੇ ਵਿੱਚ ਕੀ ਕਰਨਾ ਆਪਾਂ ਨੇ, ਡਜ਼ ਅਤੇ ਹੈਜ਼ ਦਾ ਲਿਖਾਂਗੇ ਹੈਵ। ਠੀਕ ਹੈ, ਇਸ ਤਰ੍ਹਾਂ ਹੈ, ਡਜ਼ ਹੀ ਹੈਵ 3 ਪੈਨਸਿਲਸ, ਕੀ ਉਸ ਕੋਲ 3 ਪੈਨਸਿਲਸ ਹਨ। ਠੀਕ ਹੈ, ਇਹ ਹੈਗਾ ਪ੍ਰੈਜੈਂਟ ਇੰਡੈਫੀਨਿਟ ਟੈਂਸ। ਠੀਕ ਹੈ, ਪ੍ਰੈਜੈਂਟ ਇੰਡੈਫੀਨਿਟ ਦੇ ਵਿੱਚ ਜੋ ਹੈਲਪਿੰਗ ਵਰਬਸ ਨੇ ਉਹ ਡੂ ਅਤੇ ਡਜ਼ ਨੇ, ਡੂ ਅਤੇ ਡਜ਼। ਠੀਕ ਹੈ, ਸੋ ਇਹ ਧਿਆਨ ਰੱਖਣਾ, ਜਦੋਂ ਡੂ ਅਤੇ ਡਜ਼ ਆਪਾਂ ਲਿਖਦੇ ਹਾਂ ਤਾਂ ਫਸਟ ਫੋਰਮ ਦੇ ਤੌਰ 'ਤੇ ਡੂ ਡਜ਼ ਨਾਲ ਹਮੇਸ਼ਾ ਹੈਵ ਯੂਜ਼ ਕਰਨਾ ਹੁੰਦਾ, ਹੈਜ਼ ਯੂਜ਼ ਨਹੀਂ ਹੁੰਦਾ। ਇਹ ਧਿਆਨ ਰੱਖਣਾ ਆਪਾਂ ਨੇ। ਠੀਕ ਹੈ, ਇੱਥੇ ਡਜ਼ ਇਸ ਕਰਕੇ ਲਗਾਇਆ ਕਿਉਂਕਿ ਸਬਜੈਕਟ ਜੋ ਥਰਡ ਪਰਸਨ ਸਿੰਗੂਲਰ ਹੈ। ਜੇਕਰ ਸਬਜੈਕਟ ਆਈ ਵੀ ਯੂ ਦੇ ਪਲੂਰਲ ਹੁੰਦਾ ਤਾਂ ਆਪਾਂ ਫਿਰ ਇੱਥੇ ਡੂ ਲਿਖਣਾ ਸੀਗਾ। ਠੀਕ ਹੈ, ਇੱਥੇ ਕੁਐਸਚਨ ਮਾਰਕ ਲਗਾ ਦਿਓ। ਦੈਨ ਵੀ ਹੈਡ ਅ ਗੁੱਡ ਟਾਈਮ ਦੇਅਰ। ਹੁਣ ਹੈਡ ਹੈ ਸੈਕਿੰਡ ਫੋਰਮ ਆ ਗਈ। ਠੀਕ ਹੈ, ਆਪਾਂ ਕਰਕੇ ਹਟੇ, ਡਿਸਕਸ ਕਰਕੇ ਹਟੇ ਉੱਪਰ ਦੇਖੋ ਪੇਂਟਿਡ, ਜਦੋਂ ਹੈਡ ਸੈਕਿੰਡ ਫੋਰਮ ਹੈ ਤਾਂ ਡਿਡ ਅਤੇ ਫਸਟ ਫੋਰਮ, ਇਸ ਦੀ ਫਸਟ ਫੋਰਮ ਕੀ ਹੈ, ਹੈਵ, ਡਿਡ ਅਤੇ ਹੈਵ। ਇਸ ਤਰ੍ਹਾਂ ਡਿਡ ਪਹਿਲੇ ਨੰਬਰ 'ਤੇ, ਫਿਰ ਸਬਜੈਕਟ ਆ ਗਿਆ, ਫਿਰ ਫਸਟ ਫੋਰਮ ਆ ਗਈ ਵਰਬ ਦੀ, ਉਸ ਤੋਂ ਬਾਅਦ ਓਬਜੈਕਟ ਅਤੇ ਕੁਐਸਚਨ ਮਾਰਕ ਆ ਗਿਆ ਸਰ। ਠੀਕ ਹੈ, ਆਈ ਹੈਵ ਟੂ ਡੂ ਇਟ, ਦੇਖੋ ਇਹ ਵੀ ਹੈਵ ਫਸਟ ਫੋਰਮ ਹੈ, ਡੂ ਆਈ ਹੈਵ ਟੂ ਡੂ ਇਟ, ਇਸ ਤਰ੍ਹਾਂ ਹੀ ਬਣ ਜਾਏਗਾ। ਇਹ ਵੀ ਪ੍ਰੈਜੈਂਟ ਦਾ ਹੈ, ਪ੍ਰੈਜੈਂਟ ਸਿੰਪਲ ਪ੍ਰੈਜੈਂਟ ਹੈ ਇਹ। ਸਿੰਪਲ ਪ੍ਰੈਜੈਂਟ ਦਾ ਜਦੋਂ ਨੈਗੇਟਿਵ ਜਾਂ ਇੰਟਰੋਗੇਟਿਵ ਸੈਂਟੈਂਸ ਬਣਾਉਣਾ ਹੁੰਦਾ ਹੈ ਤਾਂ ਡੂ ਡਜ਼ ਨਾਲ ਵਰਬ ਦੀ ਫਸਟ ਫੋਰਮ ਲੱਗਦੀ ਹੈ। ਠੀਕ ਹੈ, ਆਹ ਦੇਖੋ ਹੈਡ ਆ ਗਿਆ, ਸੋਨ ਹੈਡ ਫਿਨਿਸ਼ਡ ਹਿਜ਼ ਵਰਕ। ਹੈਡ ਨੂੰ ਕਿਉਂਕਿ ਇਸ ਦੇ ਨਾਲ ਜੋ ਹੈ ਵਰਬ ਦੀ ਥਰਡ ਫੋਰਮ ਲੱਗੀ ਹੋਈ ਹੈ, ਜਦੋਂ ਥਰਡ ਫੋਰਮ ਲੱਗੀ ਹੋਵੇ ਤਾਂ ਆਪਾਂ ਹੈਡ ਨੂੰ ਪਹਿਲੇ ਨੰਬਰ 'ਤੇ ਲਿਖ ਦਾਂਗੇ। ਇਹ ਹੈਲਪਿੰਗ ਵਰਬ ਹੈ, ਇੱਥੇ ਜੋ ਹੈ ਸਬਜੈਕਟ ਹੋ ਗਿਆ, ਵਰਬ ਦੀ ਥਰਡ ਫੋਰਮ, ਓਬਜੈਕਟ ਕੁਐਸਚਨ ਮਾਰਕ। ਓਕੇ,
आई शैल गो देयर टुमारो, शैल ਨੂੰ ਪਹਿਲੇ ਨੰਬਰ ਤੇ ਲਿਖ ਦਿਓ, ਬਾਕੀ ਐਜ ਇਟ ਇਜ਼ ਆ ਜਾਏਗਾ ਸੈਂਟੈਂਸ ਕੁਐਸਚਨ ਮਾਰਕ। ਫਿਊਚਰ ਇੰਡੈਫੀਨਿਟ ਟੈਂਸ ਹੈ ਇਹ। ਹੀ ਵਿਲ ਪਲੇ ਮੈਚ, ਇਸ ਦੇ ਵਿੱਚ ਵੀ ਵਿਲ ਨੂੰ ਪਹਿਲੇ ਨੰਬਰ ਤੇ ਲਿਖ ਦਿਓ ਤੁਸੀਂ, ਵਿਲ ਨੂੰ ਚੱਕ ਕੇ ਇੱਥੋਂ ਇੱਥੇ ਪਹਿਲੇ ਨੰਬਰ ਤੇ ਲਿਆਓ, ਹੀ ਇੱਧਰ ਆ ਗਿਆ, ਬਾਕੀ ਸੇਮ ਹੈ, ਕੁਐਸਚਨ ਮਾਰਕ ਲੱਗ ਜਾਏਗਾ। आई कैन डू इट, कैन ਨੂੰ ਪਹਿਲੇ ਨੰਬਰ ਤੇ ਲਿਖ ਦਿਓ, ਬਾਕੀ ਸੇਮ ਹੈ, ਕੁਐਸਚਨ ਮਾਰਕ ਲਗਾ ਦਿਓ ਐਂਡ ਤੇ ਬਸ। ਹੀ ਮੇ ਹੈਲਪ ਯੂ, ਮੇ ਨੂੰ ਪਹਿਲੇ ਨੰਬਰ ਤੇ ਲਿਆਓ, ਬਾਕੀ ਸੇਮ ਸਾਰੇ ਲਿਖ ਕੇ ਕੁਐਸਚਨ ਮਾਰਕ ਲਿਖ ਦਿਓ, ਲਗਾ ਦਿਓ ਐਂਡ ਤੇ, ਠੀਕ ਹੈ। ਦ ਸਨ ਡਜ਼ ਨੋਟ ਸ਼ਾਈਨ ਐਟ ਨਾਈਟ, ਹੁਣ ਇਹਦੇ ਵਿੱਚ ਕੀ ਕਰਨਾ, ਡਜ਼ ਨੂੰ ਪਹਿਲੇ ਨੰਬਰ ਤੇ ਲਿਆਓ, ਦ ਸਨ ਇੱਥੇ ਆ ਗਿਆ, ਨੋਟ ਜਿੱਥੇ ਹੈਗਾ ਸੀ ਉੱਥੇ ਹੀ ਰਹਿ ਗਿਆ ਸਾਰਾ, ਬਾਕੀ ਵਰਡ ਸਾਰੇ ਉੱਥੇ ਹੀ ਰਹਿ ਗਏ, ਐਂਡ ਤੇ ਕੁਐਸਚਨ ਮਾਰਕ ਲੱਗ ਜਾਏਗਾ, ਠੀਕ ਹੈ ਬੇਟਾ। ਅਗਲੀ ਐਕਟੀਵਿਟੀ ਆਪਣੀ ਹੈ ਕਨਵਰਟ ਦ ਫਲੋਇੰਗ ਇੰਟਰੋਗੇਟਿਵ ਸੈਂਟੈਂਸਿਸ ਇਨਟੂ ਅਸਰਟਿਵ। ਅਸਰਟਿਵ ਦੇ ਵਿੱਚ ਚੇਂਜ ਕਰਨਾ ਆਪਾਂ ਨੇ, ਪ੍ਰਸ਼ਨਵਾਚਕ ਦਿੱਤੇ ਹੋਏ ਨੇ, ਅਸਰਟਿਵ ਬਣਾਉਣਾ ਹੈ। ਹੁਣ ਇਹ ਜਿਵੇਂ ਅਸਰਟਿਵ ਦਿੱਤੇ ਹੋਏ ਸੀ, ਇੰਟਰੋਗੇਟਿਵ ਬਣਾਏ ਆਪਾਂ ਨੇ, ਹੁਣ ਇਹਨੂੰ ਰਿਵਰਸ ਕਰਨਾ ਹੈ ਰੂਲ ਨੂੰ ਬਸ, ਠੀਕ ਹੈ। ਹੈਲਪਿੰਗ ਵਰਬ ਨੂੰ ਯਾਨੀ ਕਿ ਸਬਜੈਕਟ ਤੋਂ ਬਾਅਦ ਇੱਥੇ ਲਿਆਵਾਂਗੇ। ਜਦੋਂ ਹੈਲਪਿੰਗ ਵਰਬ ਨੂੰ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਲਿਖਦੇ ਹਾਂ, ਜਾਂ ਆਪਾਂ ਇਹ ਕਹਿ ਲਈਏ ਕਿ ਸਬਜੈਕਟ ਤੋਂ ਪਹਿਲਾਂ ਲਿਖਦੇ ਹਾਂ, ਤਾਂ ਇੰਟਰੋਗੇਟਿਵ ਸੈਂਟੈਂਸ ਬਣਦਾ ਹੈ, ਠੀਕ ਹੈ। ਪਰ ਜੇਕਰ ਆਪਾਂ ਹੈਲਪਿੰਗ ਵਰਬ ਨੂੰ ਸਬਜੈਕਟ ਤੋਂ ਬਾਅਦ ਲਿਖਦੇ ਹਾਂ ਤਾਂ ਅਸਰਟਿਵ ਸੈਂਟੈਂਸ ਬਣ ਜਾਂਦਾ ਹੈ। ਅਸਰਟਿਵ ਬਣਾਉਣੇ ਆ ਦੇਖੋ ਇਹਦੇ ਵਿੱਚ ਆਰ ਪਹਿਲੇ ਨੰਬਰ ਤੇ ਲਿਖਿਆ ਹੈ, ਇਸ ਨੂੰ ਤੁਸੀਂ ਜੋ ਹੈ ਸਬਜੈਕਟ ਤੋਂ ਬਾਅਦ ਚ ਕਰ ਦਿਓ ਰੇ, ਠੀਕ ਹੈ। ਯੂ ਆਰ ਔਨ ਲੀਵ ਟੂਡੇ ਤੇ ਕੁਐਸਚਨ ਮਾਰਕ ਹਟਾ ਦਿਓ, ਅਸਰਟਿਵ ਹੋ ਗਿਆ ਇਹ। ਇਸੇ ਤਰ੍ਹਾਂ ਇਸ ਦੇ ਵਿੱਚ ਵੋਜ਼ ਪਹਿਲੇ ਨੰਬਰ ਤੇ ਸੀ, ਦ ਟ੍ਰੇਨ ਦੂਸਰੇ ਨੰਬਰ ਤੇ ਲਿਖਿਆ ਹੋਇਆ, ਤੁਸੀਂ ਕੀ ਕਰਨਾ ਹੈ, ਇਹਨੂੰ ਵੋਜ਼ ਨੂੰ ਦ ਟ੍ਰੇਨ ਤੋਂ ਬਾਅਦ ਇੱਥੇ ਲਿਆਓ, ਦ ਟ੍ਰੇਨ ਪਹਿਲੇ ਨੰਬਰ ਤੇ ਆ ਗਿਆ, ਇੱਧਰ ਆ ਗਿਆ। ਕਹਿਣ ਦਾ ਮਤਲਬ ਹੈ ਜਦੋਂ ਇੰਟਰੋਗੇਟਿਵ ਬਣਾਉਣਾ ਹੈ ਤਾਂ ਹੈਲਪਿੰਗ ਵਰਬ ਪਹਿਲੇ ਨੰਬਰ ਤੇ ਲਿਖਣੀ ਹੈ, ਸਬਜੈਕਟ ਦੂਜੇ ਨੰਬਰ ਤੇ ਲਿਖਣਾ ਹੈ। ਜਦੋਂ ਅਸਰਟਿਵ ਬਣਾਉਣਾ ਹੈ ਸਬਜੈਕਟ ਪਹਿਲੇ ਨੰਬਰ ਤੇ ਲਿਖਣਾ ਹੈ, ਹੈਲਪਿੰਗ ਵਰਬ ਦੂਸਰੇ ਨੰਬਰ ਤੇ ਲਿਖਣੀ ਹੈ। ਹੁਣ ਇਹ ਦੇਖੋ ਸਾਰੇ ਇਹਨਾਂ ਨੂੰ ਇੱਥੋਂ ਸ਼ਿਫਟ ਕਰੀ ਚੱਲੋ, ਬਸ ਉਰੇ ਆ ਗਿਆ ਵਰ, ਦ ਬੋਇਜ਼ ਇੱਧਰ ਆ ਗਿਆ, ਕੁਐਸਚਨ ਮਾਰਕ ਹਟ ਜਾਏਗਾ। ਐਵੇਂ ਹੀ ਦੇਖੋ ਐਮ ਆਈ ਦਾ ਆਈ ਐਮ ਹੋ ਗਿਆ, ਕੁਐਸਚਨ ਮਾਰਕ ਹਟ ਗਿਆ। ਇਜ਼ ਯੂਅਰ ਤਾਂ ਇਜ਼ ਯੂਅਰ ਸਿਸਟਰ ਤੋਂ ਕੀ ਬਣ ਗਿਆ, ਯੂਅਰ ਸਿਸਟਰ ਇਜ਼ ਤੇ ਕੁਐਸਚਨ ਮਾਰਕ ਹਟ ਗਿਆ। ਹੈਜ਼ ਇਟ ਬੀਨ, ਇਟ ਹੈਜ਼ ਬੀਨ ਹੋ ਗਿਆ, ਠੀਕ ਹੈ, ਕੁਐਸਚਨ ਮਾਰਕ ਹਟ ਗਿਆ। हैव यू फुलफिल्ड, यू हैव फुलफिल्ड, क्वेश्चन मार्क हट गया। हैज़ ही टेकन, ही हैज़ टेकन, फुल स्टॉप, ठीक है, फुल स्टॉप लगा देंगे क्वेश्चन मार्क हटा के। हैड यू सीन, यू हैड सीन। डिड ही कम, ही केम। इत्थे ध्यान रखना डिड नाल फस्ट फॉर्म लगी हुई है, पर जो आप इसनूं पॉजिटिव दे विच कन्वर्ट करांगे तो वर्ब दी सैकंड फॉर्म लगती है, ध्यान रखियो, ठीक है। कैन यू ट्रैवल, यू कैन ट्रैवल। शुड आई स्टिक, ठीक है, आई शुड स्टिक। डज द वॉचमैन कीप, हुण देखो डू डज जदों लग्या होवे, ठीक है, इंट्रोगेटिव च लग सकता डू डज, नैगेटिव भी हो सकता है। जो पॉजिटिव बनावांगे तो डू डज नहीं लगता, प्रेजेंट इंडेफिनिट है ये। द वॉचमैन इधर आ गया कि क्योंकि ये जो है सब्जैक्ट थर्ड परसन सिंगुलर है, इस करके वर्ब दी फर्स्ट फॉर्म जो है वो SES लगा के लगावांगे। इसका नाम है थर्ड परसन सिंगुलर फॉर्म। जदों सब्जैक्ट सिंगुलर होवे तां थर्ड परसन सिंगुलर फॉर्म की वरतों करनी हुंदी है, ठीक है। थर्ड परसन सिंगुलर फॉर्म किहड़ी हुंदी है, जिस फॉर्म दे नाल एंड ते SES IES जुड़िया होवे, दैट इज़ कॉल्ड थर्ड परसन सिंगुलर फॉर्म। कदों यूज हुंदी है, जदों सब्जैक्ट थर्ड परसन सिंगुलर होवे। क्लीयर। हुणे सब्जैक्ट थर्ड परसन सिंगुलर है, इस करके थर्ड परसन सिंगुलर फॉर्म इत्थे यूज करनी है पॉजिटिव सेंटेंस दे विच। क्लीयर। अगे चलो, ड्यू प्रे टू गॉड, ये भी देखो प्रेजेंट टेंस है, प्रेजेंट इंडेफिनिट, ठीक है। इस दे विच भी क्या यू पहले नंबर पर आ गया। हुण इत्थे ओनली फस्ट फॉर्म यूज करनी है, थर्ड परसन सिंगुलर फॉर्म यूज नहीं होगी क्योंकि सब्जैक्ट थर्ड परसन सिंगुलर नहीं है, सब्जैक्ट इत्थे सैकंड परसन है। यू की है सैकंड परसन, आई वी होंदे आ फस्ट परसन, ही शी दे किसी का नाम हो गया वो होंदे आ थर्ड परसन, ठीक है। चलो एक्टिविटी नंबर 9 ते आ गया, चेंज द फॉलोइंग पॉजिटिव सेंटेंस इनटू देयर नेगेटिव फॉर्म। नेगेटिव फॉर्म दे विच चेंज करना है, नोट इंसर्ट करना है, ठीक है। इज़ लग्या होया है, इज़ तो बाद नोट लगा दो, सेंटेंस हो गया। वोज है, वोज तो बाद नोट लिख दो, तुसी इत्थे आ देखो ओके है। इस तरह वर आ गया, योर फ्रेंड्स वर गुड टू मी, योर फ्रेंड्स वर नॉट गुड टू मी। वोज वर तो बाद नोट लगा दो। ही हैज़ अ लोटस इन हिज हैंड, ठीक है। ही डजंट हैव, क्योंकि ये प्रेजेंट इंडेफिनिट का है, ठीक है। प्रेजेंट इंडेफिनिट के विच डज नॉट तो डू नॉट फस्ट फॉर्म लगती है, ठीक है। सो डज नॉट यूज करांगे क्योंकि ये जो है थर्ड परसन सिंगुलर सब्जैक्ट है। डज नॉट हैव आ गया, ठीक है। बाकी सेम है, इधर भी इधर भी। आई हैव अ रोज, आई डोंट हैव अ रोज। इतने डू लग गया, देखो डज नहीं लगाया आपने, क्यों? क्योंकि सब्जैक्ट फस्ट परसन आ गया ना कि थर्ड परसन सिंगुलर, ठीक है।
इस करके इत्थे आ गया डोंट हैव। आई हैव सीन दिस पिक्चर, आई हैव नोट आएगा, बस इत्थे सिर्फ नोट लगाना है। यू हैव इत्थे सिर्फ नोट लगा दो हैव तो बाद। कैटल द कैटल ग्रेज इन द पास्चर, ये प्रैजेंट इंडेफिनिट दा है सेंटेंस है ना, सो इस दे विच डू नोट लग जाएगा इत्थे, डू नोट ग्रेज, क्योंकि कैटल की है प्लूरल है, सिंगुलर नहीं आ गया। ठीक है, थर्ड परसन सिंगुलर नहीं है, ये थर्ड परसन है बट प्लूरल है। जो प्लूरल होवे तो डज नोट का इस्तेमाल नहीं होंदा, डू नोट का इस्तेमाल करना होंदा है। ठीक है, आई गेट अप, आई डोंट गेट अप। वी सॉ, ये सैकेंड फॉर्म है, इतने नैगेटिव बनावांगे तो डिड नोट नाल फर्स्ट फॉर्म लग जाएगी, डिडंट सी। ठीक है, एक्टिविटी नंबर 10, चेंज द फॉलोइंग नैगेटिव सेंटेंसिज इन देयर पॉजिटिव फॉर्म। इतने पॉजिटिव दे विच चेंज करने हैं। ठीक है, नोट नू रिमूव करना है, इत्थों नोट हटा दो, सेम एज इट इज सेंटेंस आ जाएगा। डोंट हैव दा ओनली हैव लिखांगे, बाकी सेम है। इत्थे मे नोट प्ले, नोट डिलीट कर दो विचों, नोट नू हटा दो तुसी, पॉजिटिव बन जाएगा। ठीक है, अगे देखो कैन नोट, नोट नू हटा दो, पॉजिटिव सेंटेंस बन जाएगा। कैन नोट का जिहड़ा है नोट हटा दो। मस्ट नोट, इत्थे भी नोट रिमूव कर दो। डज नॉट टेक है, इत्थे टेक्स आ जाएगा, क्योंकि थर्ड परसन सिंगुलर सबजैक्ट है तो टेक दी थर्ड परसन सिंगुलर फॉर्म यूज हो जाएगी इत्थे। ठीक है, इस तरह डोंट स्ट्राइक, ये इंपैरेटिव सेंटेंस है, तो डोंट नू हटा दो, की हटावांगे आपां डोंट, सीधा रह जाएगा स्ट्राइक द मैच। क्लीयर। डोंट लैट हिम गो, डोंट नू हटा दो, ओनली रह जाएगा लैट हिम गो। उस तो बाद डोंट कीप, डू नॉट कीप माई बुक, डू नॉट हटा दो, बाकी रह जाएगा कीप माई बुक। दे डिडंट कैच, हुण देखो डिडंट कैच आ गया, जो डिडंट कैच है तो पॉजिटिव बनावांगे तो सैकेंड फॉर्म यूज होगी, कैच दी कॉट हो जाएगा इत्थे। ठीक है, ये मैं बार बार दस रहा क्योंकि ये पास्ट इंडेफिनिट टेंस है। पास्ट इंडेफिनिट के पॉजिटिव दे विच सैकेंड फॉर्म लगनी हुंदी है तो नैगेटिव दे विच डिड नोट नाल फस्ट फॉर्म लगती है। इंट्रोगेटिव दे विच भी डिड नाल फस्ट फॉर्म यूज हुंदी है। ठीक है, एक्टिविटी नंबर 11, चेंज द फॉलोइंग एक्सक्लेमेटरी सेंटेंसिस इनटू असर्टिव। एक्सक्लेमेटरी तो असर्टिव बनाने ने। ठीक है, ब्रेवो, यू हैव डन वेल, इसका असर्टिव बन जाएगा इट इज़ मैटर ऑफ जॉय दैट यू हैव डन वेल। क्लियर। Alas, the soldiers died at Galvan Valley. It is sad that the soldiers died at Galvan Valley. ठीक है, ये मार्क ऑफ एक्सक्लेमेशन तो ये ब्रेवो, एलास, ये वर्ड्स अपने रिमूव करने ने इत्थों। ठीक है, अगे देखो, हाउ ब्यूटीफुल द सीनरी इज वेरी ब्यूटीफुल, असर्टिव सेंटेंस बन गया। हाउ फुलिश आई हैड बीन वेरी फुलिश, असर्टिव हो गए एक्सक्लेमेटरी तो। व्हाट ए डिजास्टर द अर्थक्वेक is a big disaster. How stiff the paper is very stiff. May God reward this act of yours. I wish that God may reward you for this act. ठीक है, what a terrible storm it is a terrible storm. Then wonderful, I have never seen anything like this earlier. I have never seen anything wonderful like this earlier. May God pardon this sinner. I pray that God may pardon this sinner. ठीक है, नेक्स्ट है एक्टिविटी नंबर 12, चेंज द फॉलोइंग असर्टिव सेंटेंसेज इनटू एक्सक्लेमेटरी। ठीक है, ही इज़ ट्रूली नोबल, हाउ नोबल ही इज़, ये एक्सक्लेमेटरी हो गया जी। दिस इज इंडीड अ ग्रेट प्लेजर, व्हाट अ प्लेजर दिस इज। देन इट इज़ वेरी काइंड ऑफ यू टू हेल्प हिम लाइक दैट, हाउ काइंड ऑफ यू टू हेल्प हिम लाइक दैट। आई विश आई वर यंग अगेन, इफ ओनली आई वर यंग अगेन। देन इट इज़ वेरी वंडरफुल अपॉर्चुनिटी, इतने ना फुल स्टॉप लगा लो, एक्सक्लेमेटरी ही बनाना अपने, ओके है फाइन। इट इज़ वेरी वंडरफुल अपॉर्चुनिटी, व्हाट ए वंडरफुल अपॉर्चुनिटी इट इज़ बिटरली कोल्ड मॉर्निंग, व्हाट ए कोल्ड मॉर्निंग इट इज़। इट वॉज एन एक्सट्रीमली डिलाइटफुल पार्टी, व्हाट एन एक्सट्रीमली डिलाइटफुल पार्टी इट वॉज। शी डांस्ड वेरी ब्यूटिफुली, हाउ ब्यूटिफुली शी डांस्ड। आई विश आई हैड नेवर मेट यू, इफ ओनली आई हैड नेवर मेट यू। Then it is stupid of me to forget your name, how stupid of me to forget your name। ठीक है, ये सी बेटा तुहाडा लैसन 1, इत्थे बिल्कुल सारी इसकी एक्सरसाइज जो है कंप्लीट हो गई तुहाडी। ये इसनूं नोट कर लेना, अपनी जो बुक है तुहाडी माई इंग्लिश कंपेनियन, ठीक है, उस दे विच इसनूं फिल कर लेना चंगी तरह। ठीक है, तो लर्न करना इसनूं। बाकी इस लैसन का फस्ट पार्ट वो भी अपलोड हो चुका है, वो तुसीं देख लिओ। ठीक है, 2 वीडियोज़ दे विच लैसन कवर किया गया क्योंकि लैसन की एक्सरसाइज ज़्यादा सीगियां, एक वीडियो ज़्यादा वड्डी बनती सी। ठीक है, सो दोनों वीडियोज़ देख लिओ तो अपनी नोटबुक ते नोट कर लिओ।
ठीक है, सारा सिलेबस ਤੁਹਾਨੂੰ ਕਵਰ ਕਰਵਾਇਆ ਜਾ ਰਿਹਾ। ਗੇਟਵੇ ਟੂ ਇੰਗਲਿਸ਼ ਚੈਨਲ ਹੈ ਆਪਣਾ ਇਹ, ਤੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਨਹੀਂ ਕੀਤਾ। ਵੀਡੀਓ ਨੂੰ ਲਾਈਕ ਕਰ ਦਿਓ ਪਲੀਜ਼, ਸ਼ੇਅਰ ਕਰ ਦਿਓ। ਠੀਕ ਹੈ ਬੇਟਾ, ਥੈਂਕ ਯੂ ਵੈਰੀ ਮੱਚ।